ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਪਰਮੇਸ਼ਰ ਨੇ ਸਾਨੂੰ ਜਿਉਂਦੇ ਰੱਖਿਆ, ਅੱਜ ਦਾ ਦਿਨ ਦਿਖਾਇਆ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਤੇ ਆਓ ਅਸੀਂ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ ਅੱਜ ਦੇ ਵਚਨ ਦੇ ਲਈ ਕਿ ਪਰਮੇਸ਼ਰ ਅੱਜ ਆਪਣੇ ਵਚਨ ਦੇ ਦੁਆਰਾ ਜੋ ਗੱਲਬਾਤ ਕਰਨ ਜਾ ਰਿਹਾ ਉਹ ਸਾਨੂੰ ਬੁੱਧੀ ਦੇਵੇ, ਸਮਝ ਦੇਵੇ, ਅਸੀਂ ਉਸ ਵਚਨ ਉੱਤੇ ਚੱਲ ਸਕੀਏ। ਹਾਲੇਲੂਇਆ। ਆਓ ਅਸੀਂ ਅੱਖਾਂ ਬੰਦ ਕਰਕੇ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ। हे महान अनुग्रहकारी सामर्थी पिता परमेश्वर, हे अब्राहम, इसहाक ਅਤੇ ਯਾਕੂਬ ਦੇ ਪਰਮੇਸ਼ਰ, ਜੀਵਤ ਪਿਤਾ ਪਰਮੇਸ਼ਰ, ਤੇਰੇ ਪੁੱਤਰ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਅੱਜ ਦੇ ਦਿਨ ਦੇ ਲਈ ਮੈਂ ਤੁਹਾਡਾ ਸ਼ੁਕਰ ਕਰਦਾ, ਤੁਹਾਡਾ ਧੰਨਵਾਦ ਕਰਦਾ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ ਜਿੰਨੇ ਵੀ ਅੱਜ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ ਤੇਰੇ ਵਚਨ ਨੂੰ ਸੁਣ ਪਿਤਾ ਪਰਮੇਸ਼ਰ, ਉਹ ਬਲੈਸ ਹੋਣ ਪਿਤਾ ਪਰਮੇਸ਼ਰ। ਇਹ ਵਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਫਲ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ। 10 ਗੁਣਾ ਨਹੀਂ, 20 ਗੁਣਾ ਨਹੀਂ, ਬਲਕਿ 100 ਗੁਣਾ ਫਲ ਲੈ ਕੇ ਆਏ ਮੇਰੀ ਮਹਾਨ ਪਿਤਾ ਪਰਮੇਸ਼ਰ। ਪਵਿੱਤਰ ਆਤਮਾ ਜੀ, ਤੁਸੀਂ ਸਾਡੀ ਨਿਗਹਿਬਾਨੀ ਕਰਨਾ, ਸਾਡੀ ਅਗਵਾਈ ਕਰਨਾ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਆਓ ਅਸੀਂ ਅੱਜ ਪਰਮੇਸ਼ਰ ਦੇ ਵਚਨ ਨੂੰ ਦੇਖਾਂਗੇ। ਮੱਤੀ ਦੀ ਅੰਜੀਲ ਉਹਦਾ 7ਵਾਂ ਅਧਿਆਇ ਉਹਦੀ 7 ਆਇਤ ਤੇ 8 ਆਇਤ ਨੂੰ ਅਸੀਂ ਪੜਾਂਗੇ, ਕਿਉਂਕਿ ਜਿਹੜਾ ਅੱਜ ਸਾਡਾ ਵਿਸ਼ਾ ਆ ਉਹ ਹੈਗਾ ਲੱਭਣ ਉੱਤੇ। ਹਾਲੇਲੂਇਆ। ਅਸੀਂ ਲੱਭਣਾ, ਕਿਸ ਚੀਜ਼ ਨੂੰ ਲੱਭਣਾ ਆ, ਤੇ ਯਿਸੂ ਮਸੀਹ ਕੀ ਲੱਭਣ ਦੇ ਲਈ ਆਏ ਆ, ਤੇ ਪਰਮੇਸ਼ਰ ਨੇ ਕਿਸ ਨੂੰ ਲੱਭਿਆ ਅਸੀਂ ਉਹ ਦੇਖਾਂਗੇ ਪਵਿੱਤਰ ਬਾਈਬਲ ਦੇ ਵਿੱਚੋਂ। ਹਾਲੇਲੂਇਆ। ਲੱਭਣ ਦਾ ਮਤਲਬ ਕੀ ਆ, ਅੱਜ ਉਹ ਸਾਰੀਆਂ ਗੱਲਾਂ ਨੂੰ ਦੇਖਾਂਗੇ। ਅਸੀਂ ਪੜਾਂਗੇ ਮੱਤੀ ਉਹਦੀ 7 ਦੀ 7। ਉੱਥੇ ਇਸ ਤਰ੍ਹਾਂ ਲਿਖਿਆ ਹੋਇਆ, मांगोगे तो तुम्हें दिया जाएगा, ढूंढोगे तो तुम पाओगे, खटखटाओगे तो तुम्हारे लिए खोला जाएगा। हालेलुया। ਇੱਥੇ ਅਸੀਂ ਪੜ੍ਹਦੇ ਹਾਂ ਮੰਗੋ। ਮੰਗਣ ਦਾ ਮਤਲਬ ਕੀ ਹੈ? ਪ੍ਰਾਰਥਨਾ ਕਰਨਾ, ਹੈ ਨਾ। ਤੇ ਮੰਗੋ ਤੁਹਾਨੂੰ ਦਿੱਤਾ ਜਾਏਗਾ, ਢੂੰਡੋਗੇ ਮਤਲਬ ਪਰਮੇਸ਼ਰ ਕਹਿੰਦਾ ਢੂੰਡਣ ਦਾ ਮਤਲਬ ਕੀ ਆ ਕਿ ਜਿਹੜਾ ਲੱਭਣ ਦਾ ਮਤਲਬ ਕੀ ਆ, ਲੱਭਣ ਦਾ ਅਰਥ ਕੀ ਆ ਅਸਲ ਦੇ ਵਿੱਚ? ਲੱਭਣ ਦਾ ਅਰਥ ਹੈਗਾ ਕਿ ਪਰਮੇਸ਼ਰ ਦੇ ਵਚਨ ਉੱਤੇ ਖੜੇ ਰਹਿਣਾ। ਹਾਲੇਲੂਇਆ। ਪਰਮੇਸ਼ਰ ਦੀ ਇੱਛਾ ਦਾ ਪਾਲਣ ਕਰਨਾ। ਹਾਲੇਲੂਇਆ। ਜਦੋਂ ਅਸੀਂ ਵਚਨ ਪਰਮੇਸ਼ਰ ਦੀ ਖੋਜ ਦੇ ਵਿੱਚ ਰਹਿੰਦੇ ਹਾਂ, ਪਰਮੇਸ਼ਰ ਨੂੰ ਲੱਭਣ ਦਾ ਅਰਥ ਹੈ ਕਿ ਪਰਮੇਸ਼ਰ ਨੇ ਜੋ ਆਪਣੇ ਵਚਨ ਦੇ ਵਿੱਚ ਕਹਿ ਦਿੱਤਾ ਉੱਥੇ ਉਸ ਜਗ੍ਹਾ ਸਥਿਰ ਹੋ ਜਾਣਾ ਆ, ਉਸ ਵਚਨ ਉੱਤੇ ਖੜੇ ਰਹਿਣਾ ਤੇ ਉਸ ਵਚਨ ਦੀ ਪਰਮੇਸ਼ਰ ਦੀ ਇੱਛਾ ਦਾ ਪਾਲਣ ਕਰਨਾ, ਤੇ ਪਾਲਣ ਕਰਕੇ ਕੀ ਕਰਨਾ? ਪ੍ਰਾਰਥਨਾ ਕਰਨੀ ਆ। ਹਾਲੇਲੂਇਆ। ਪ੍ਰਾਰਥਨਾ ਕਰਨੀ ਆ। ਤਾਂ ਹੀ ਪਰਮੇਸ਼ਰ ਕਿਹਾ ਮੰਗੋ। ਸਭ ਤੋਂ ਪਹਿਲਾਂ ਮੰਗਣ ਦਾ ਸ਼ਬਦ ਹੈ, ਪ੍ਰਾਰਥਨਾ ਕਰਨੀ ਆ। ਉਹਦੇ ਬਾਅਦ ਕੀ ਕਰਨਾ? ਪਰਮੇਸ਼ਰ ਦੀ ਇੱਛਾ ਦਾ ਪਾਲਣ ਕਰਨਾ ਆ। ਜੋ ਪਰਮੇਸ਼ਰ ਸਾਡੀ ਜ਼ਿੰਦਗੀਆਂ ਦੇ ਵਿੱਚ ਲੱਭਣ ਦਾ ਮਤਲਬ ਕੀ ਹੈ? ਪਰਮੇਸ਼ਰ ਦੀ ਇੱਛਾ ਦਾ ਪਾਲਣ ਕਰਨਾ। ਹਾਲੇਲੂਇਆ। ਉਸ ਵਚਨ ਉੱਤੇ ਖੜੇ ਰਹਿਣਾ। खटखटाओगे तो तुम्हारे लिए खोला जाएगा, क्योंकि जो कोई मांगता है उसे मिलता है, और जो ढूंढता है वह पाता है। हालेलूया। परमेश्वर कहता ਜਿਹੜਾ ਇਨਸਾਨ ਮੰਗਦਾ ਆ ਮੇਰੇ ਕੋਲ ਆ ਕੇ, ਮੈਂ ਉਹਨੂੰ ਦਿੰਦਾ ਆ। ਤੇ ਜਿਹੜਾ ਕਿਸੇ ਚੀਜ਼ ਦੀ ਇੱਛਾ ਰੱਖਦਾ ਆ, ਇਹ ਖੋਜ ਕਰਦਾ ਆ, ਉਹਨੂੰ ਲੱਭਦਾ ਆ, ਪਰਮੇਸ਼ਰ ਕਹਿੰਦਾ ਤੂੰ ਮੇਰੀ ਖੋਜ ਕਰ, ਸੰਸਾਰ ਤੂੰ ਮੇਰੇ ਧਰਮ ਤੇ ਰਾਜ ਦੀ ਖੋਜ ਕਰ, ਸੰਸਾਰ ਦੀਆਂ ਚੀਜ਼ਾਂ ਤੇਰੇ ਪਿੱਛੇ ਪੈ ਕੇ ਮਿਲ ਜਾਣਗੀਆਂ। ਅੱਜ ਜਿਹੜਾ ਇਨਸਾਨ ਹੈ ਬਹੁਤ ਚੀਜ਼ਾਂ ਨੂੰ ਲੱਭਦਾ ਪਿਆ ਆ। ਹਾਲੇਲੂਇਆ। ਕੋਈ ਆਪਣੀ ਜੌਬ ਨੂੰ ਲੱਭਦਾ ਪਿਆ ਆ, ਕੋਈ ਆਪਣੇ ਅੱਛੇ ਮਤਲਬ ਜੀਵਨ ਪਾਰਟਨਰ ਨੂੰ ਲੱਭ ਰਿਹਾ, ਅੱਛੇ ਸਾਥੀ ਨੂੰ, ਅੱਛੇ ਦੋਸਤ ਨੂੰ। ਹਰੇਕ ਜਿਹੜਾ ਇਨਸਾਨ ਹੈ ਕਿਸੇ ਨਾ ਕਿਸੇ ਚੀਜ਼ ਨੂੰ ਲੱਭ ਰਿਹਾ ਆ। ਹਾਲੇਲੂਇਆ। ਅੱਜ ਜੇ ਕਿਸੇ ਕੋਲ ਜੌਬ ਨਹੀਂ ਹੈਗੀ, ਉਹ ਜੌਬ ਲੱਭ ਰਿਹਾ। ਕਿਸੇ ਕੋਲ ਕੋਈ ਵਰਕ ਨਹੀਂ ਹੈਗਾ, ਵਰਕ ਲੱਭ ਰਿਹਾ। ਕਿਸੇ ਕੋਲ ਘਰ ਨਹੀਂ ਹੈਗਾ, ਉਹ ਘਰ ਲੱਭ ਰਿਹਾ। ਕਿਸੇ ਦਾ ਬੱਚੇ ਦੀ ਮੈਰਿਜ ਨਹੀਂ ਹੋਈ, ਉਹ ਆਪਣੇ ਬੱਚੇ ਦੇ ਲਈ ਜੀਵਨ ਸਾਥੀ ਨੂੰ ਲੱਭ ਰਿਹਾ ਆ, ਹੈ ਨਾ। ਬਹੁਤ ਸਾਰੇ ਲੜਕੇ ਲੜਕੀਆਂ ਦੋਸਤ ਲੱਭ ਰਹੇ ਆ। ਤੇ ਹਰੇਕ ਇਨਸਾਨ ਜਿਹੜਾ ਕਿਸੇ ਨਾ ਕਿਸੇ ਚੀਜ਼ ਨੂੰ ਲੱਭ ਰਿਹਾ ਆ। ਜੇ ਕਿਸੇ ਕੋਲ ਪੈਸਾ ਨਹੀਂ ਹੈਗਾ, ਉਹ ਆਪਣੇ ਪੈਸੇ ਨੂੰ ਕਮਾਉਣ ਦੇ ਲਈ ਕਿਸੇ ਨਾ ਕਿਸੇ ਚੀਜ਼ ਦਾ ਸਾਧਨ ਲੱਭ ਰਿਹਾ ਕਿ ਮੈਂ ਕਿਸੇ ਨਾ ਕਿਸੇ ਢੰਗ ਦੇ ਨਾਲ ਪੈਸਾ ਕਮਾ ਸਕਾਂ, ਹੈ ਨਾ। ਤੇ ਪਰਮੇਸ਼ਰ ਜਿਹੜਾ ਪਰਮੇਸ਼ਰ ਵੀ ਸਾਨੂੰ ਲੱਭਦਾ ਆ। ਇਨਸਾਨ ਅੱਜ ਦੁਨੀਆ ਦੀਆਂ ਚੀਜ਼ਾਂ ਨੂੰ ਲੱਭਦਾ ਆ, ਧਨ ਦੌਲਤ, ਪੈਸਾ ਜਾਂ ਸ਼ੋਹਰਤ। ਕੋਈ ਬਹੁਤ ਸਾਰੇ ਨਾਮ ਨੂੰ ਨੱਠਦੇ ਆ ਕਿ ਮੇਰਾ ਨਾਮ ਉੱਚਾ ਹੋਵੇ, ਮੇਰਾ ਨਾਮ ਫੈਲੇ, ਕਿ ਮੇਰੇ ਨਾਮ ਦੀ ਬੜੋਤਰੀ ਹੋਵੇ। ਉੱਚੇ ਨਾਮ ਨੂੰ, ਉੱਚੀ ਪਦਵੀ ਨੂੰ ਨੱਠਦੇ ਆ, ਹੈ ਨਾ। ਪਰ ਪਰਮੇਸ਼ਰ ਵੀ ਸਾਨੂੰ ਲੱਭਦਾ ਆ। ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਆ, ਕਿਉਂਕਿ ਪਰਮੇਸ਼ਰ ਨੇ ਆਪਣੇ ਵਚਨ ਦੇ ਵਿੱਚ ਕੀ ਕਿਹਾ? ਅਗਰ ਸਾਨੂੰ ਕੋਈ ਦੁਨੀਆ ਦੀ ਚੀਜ਼ ਚਾਹੀਦੀ ਆ, ਸੰਸਾਰ ਦੀ ਕੋਈ ਵੀ ਚੀਜ਼ ਸਾਨੂੰ ਚਾਹੀਦੀ ਆ, ਸੰਸਾਰ ਦੀ ਕੋਈ ਵੀ ਬਲੈਸਿੰਗ ਸਾਨੂੰ ਚਾਹੀਦੀ ਆ, ਪਰਮੇਸ਼ਰ ਨੇ ਇੱਕ ਆਪਣੇ ਵਚਨ ਦੇ ਵਿੱਚ ਕਿਹਾ, ਕਹਿੰਦਾ ਤੂੰ ਮੇਰੇ ਧਰਮ ਤੇ ਰਾਜ ਦੀ ਖੋਜ ਕਰ। ਖੋਜ ਦਾ ਮਤਲਬ ਕੀ ਕਰਨਾ? ਲੱਭਣਾ। ਕਹਿੰਦਾ ਤੂੰ ਮੇਰੇ ਰਾਜ ਨੂੰ ਲੱਭ। ਪਰਮੇਸ਼ਰ ਦਾ ਰਾਜ ਦੇ ਵਿੱਚ ਹੈ, ਸਾਮਰਥ ਦੇ ਵਿੱਚ ਹੈ, ਗੱਲਾਂ ਦੇ ਵਿੱਚ ਨਹੀਂ। ਪਰਮੇਸ਼ਰ ਕਹਿੰਦਾ ਸਾਮਰਥ ਦੇ ਵਿੱਚ ਹੈ। ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਖੜੇ ਰਹਿੰਦੇ ਹਾਂ, ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ,
ਤੇ ਵੱਧਦੇ ਜਾਂਦੇ ਆ ਦਿਨ ਪ੍ਰਤੀ ਦਿਨ। ਕੀ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ, ਜਦੋਂ ਅਸੀਂ ਸਟਾਰਟਿੰਗ ਕਰਦੇ ਹਾਂ ਪਰਮੇਸ਼ਰ ਦੀ ਖੋਜ ਦੇ ਵਿੱਚ, ਬੜੀਆਂ ਪ੍ਰੋਬਲਮਸ ਆਉਂਦੀਆਂ, ਮੁਸ਼ਕਲਾਂ ਆਉਂਦੀਆਂ ਆ। ਤਾਂ ਕੀ ਹੁੰਦਾ ਆ ਕਿ ਪਰਮੇਸ਼ਰ ਕਹਿੰਦਾ ਤੂੰ ਮੇਰੇ ਧਰਮ ਤੇ ਰਾਜ ਦੀ ਖੋਜ ਕਰ, ਸੰਸਾਰ ਦੀਆਂ ਚੀਜ਼ਾਂ ਤੇਰੇ ਪਿੱਛੇ ਪੈ ਕੇ ਮਿਲ ਜਾਣਗੀਆਂ। ਜਦੋਂ ਅਸੀਂ ਖੋਜ ਕਰਨਾ ਸ਼ੁਰੂ ਕਰਦੇ ਹਾਂ ਤੇ ਜਿਹੜੀਆਂ ਦੁਨਿਆਵੀ ਚੀਜ਼ਾਂ ਆ, ਚਾਹੇ ਉਹ ਸਾਡਾ ਬੈਲੈਂਸ ਹੈ, ਬੈਂਕ ਬੈਲੈਂਸ ਲੋ ਆ, ਪਰਮੇਸ਼ਰ ਉਹਨੂੰ ਵੀ ਅਪ ਕਰੇਗਾ। ਅਗਰ ਸਾਡੇ ਕੋਲ ਘਰ ਨਹੀਂ ਹੈਗਾ, ਪਰਮੇਸ਼ਰ ਸਾਨੂੰ ਘਰ ਵੀ ਦੇਗਾ। ਅਗਰ ਸਾਡੇ ਕੋਲ ਕੋਈ ਅੱਛਾ ਮਿੱਤਰ ਨਹੀਂ, ਪਰਮੇਸ਼ਰ ਅੱਛਾ ਦੋਸਤ ਵੀ ਦੇਗਾ। ਪਰਮੇਸ਼ਰ ਸਾਨੂੰ ਹਰੇਕ ਚੀਜ਼ ਦੇਣ ਦੀ ਸਾਮਰਥ ਰੱਖਦਾ ਆ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਮੰਗੋ ਤੁਹਾਨੂੰ ਦਿੱਤਾ ਜਾਏਗਾ। ਪਰਮੇਸ਼ਰ ਨੇ ਕਿਉਂ ਕਿਹਾ ਮੰਗੋ? ਪਰਮੇਸ਼ਰ ਚਾਹੁੰਦਾ ਕਿ ਲੋਕ ਮੇਰੇ ਤੋਂ ਮੰਗਣ, ਮੇਰੇ ਲੋਕ ਮੇਰੇ ਤੋਂ ਮੰਗਣ, ਮੈਂ ਉਹਨਾਂ ਨੂੰ ਕੀ ਕਰਾਂ? ਦੇ ਪਾਵਾਂ। ਪਰਮੇਸ਼ਰ ਅੱਗੇ ਕਿਹਾ ਢੂੰढोगे तो तुम पाओगे। ਕਹਿੰਦਾ ਅਗਰ ਤੂੰ ਮੇਰੀ ਖੋਜ ਕਰੂੰਗਾ, ਮੈਨੂੰ ਲੱਭੇਗਾ, ਤਾਂ ਕਹਿੰਦਾ ਮੈਂ ਵੀ ਤੈਨੂੰ ਮਿਲਾਂਗਾ ਤੇ ਜਿਹੜੀਆਂ ਦੁਨੀਆ ਦੀਆਂ ਸੰਸਾਰ ਦੀਆਂ ਚੀਜ਼ਾਂ ਤੇਰੇ ਪਿੱਛੇ ਪੈ ਕੇ ਮਿਲ ਜਾਣਗੀਆਂ। ਹਾਲੇਲੂਇਆ। ਤੇਰੇ ਪਿੱਛੇ ਪੈ ਕੇ ਮਿਲ ਜਾਣਗੀਆਂ, ਪਰਮੇਸ਼ਰ ਦਾ ਵਚਨ ਕਹਿੰਦਾ ਹੈ। ਜਦੋਂ ਅਸੀਂ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ, ਪਰਮੇਸ਼ਰ ਦੀ ਮਹਿਮਾ ਕਰਦੇ ਹਾਂ, ਪਰਮੇਸ਼ਰ ਦੀ ਵਡਿਆਈ ਕਰਦੇ ਹਾਂ, ਤਾਂ ਪਰਮੇਸ਼ਰ ਸਾਤੋਂ ਖੁਸ਼ ਹੁੰਦਾ ਆ। ਜਦੋਂ ਅਸੀਂ ਧਰਮ, ਉਹਦੇ ਧਰਮ ਦਾ ਮਤਲਬ ਹੈਗਾ ਪਰਮੇਸ਼ਰ ਦੇ ਰਾਜ ਨੂੰ ਫੈਲਾਉਣਾ। ਜੋ ਪਰਮੇਸ਼ਰ ਨੇ ਆਪਣੇ ਵਚਨ ਨੂੰ ਕਹਿਤਾ ਕਿ ਤੂੰ ਮੇਰੇ ਕੰਮ ਕਰ, ਜਦੋਂ ਅਸੀਂ ਪਰਮੇਸ਼ਰ ਦੇ ਕੰਮ ਕਰਨੇ ਸ਼ੁਰੂ ਕਰਦੇ ਹਾਂ, ਪਰਮੇਸ਼ਰ ਸਾਡੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਆ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਕੰਮਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੰਦੇ ਹਾਂ, ਪਰਮੇਸ਼ਰ ਸਾਡੇ ਕੰਮਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੰਦਾ ਹੈ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦਾ ਘਰ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ, ਪਰਮੇਸ਼ਰ ਸਾਡਾ ਘਰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਅਸੀਂ ਪਰਮੇਸ਼ਰ ਦੀ ਇੱਛਾ ਪੂਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ, ਪਰਮੇਸ਼ਰ ਸਾਡੀ ਵੀ ਇੱਛਾ ਪੂਰੀ ਕਰਨੀ ਸ਼ੁਰੂ ਕਰ ਦਿੰਦਾ ਹੈ। ਹਾਲੇਲੂਇਆ। ਉਹ ਇੱਛਾ ਜੋ ਬਚਨ ਦੇ ਅਨੁਸਾਰ ਹੁੰਦੀ ਹੈ, ਪਰਮੇਸ਼ਰ ਉਹੀ ਇੱਛਾ ਪੂਰੀ ਕਰੇਗਾ। ਹਾਲੇਲੂਇਆ। ਉਹੀ ਇੱਛਾ ਪੂਰੀ ਕਰੇਗਾ ਜਿਹੜੀ ਸਾਡੇ ਲਾਭ ਦੇ ਲਈ ਆ, ਸਾਡੀ ਉੱਨਤੀ ਦੇ ਲਈ ਆ। ਪਰਮੇਸ਼ਰ ਉਸ ਚੀਜ਼ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਏਗਾ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੀ ਇੱਛਾ ਤੋਂ ਦੂਰ ਹੋ ਕੇ ਸੰਸਾਰ ਦੀਆਂ ਚੀਜ਼ਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੰਸਾਰ ਦੀਆਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਸਾਤੋਂ ਦਿਨ ਪ੍ਰਤੀ ਦਿਨ ਹੋਰ ਦੂਰ ਚਲੀਆਂ ਜਾਂਦੀਆਂ। ਜਦੋਂ ਅਸੀਂ ਪਰਮੇਸ਼ਰ ਦੇ ਨਜ਼ਦੀਕ ਆਉਂਦੇ ਹਾਂ, ਤਾਂ ਉਹ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ, ਪਰਮੇਸ਼ਰ ਕਹਿੰਦਾ ਤੇਰੇ ਪਿੱਛੇ ਪੈ ਕੇ ਮਿਲਣਗੀਆਂ। ਉਹ ਸੰਸਾਰ ਦੀਆਂ ਚੀਜ਼ਾਂ ਕਹਿੰਦਾ ਮੈਨੂੰ ਵੀ ਰੱਖ ਲਾ, ਮੈਨੂੰ ਵੀ ਰੱਖ ਲਾ, ਮੈਨੂੰ ਵੀ ਰੱਖ ਲਾ। ਪਰਮੇਸ਼ਰ ਕਹਿੰਦਾ ਮੈਂ ਤੁਹਾਡੀ ਝੋਲੀ ਨੂੰ ਕਿਰਦਾ ਕਰ ਦੇਵਾਂਗਾ। ਇੰਨੀਆਂ ਸੰਸਾਰ ਦੀਆਂ ਤੁਹਾਡੇ ਕੋਲ ਬਰਕਤਾਂ ਹੋਣਗੀਆਂ ਨਾ। ਪਰ ਸਵਾਲ ਇਹ ਆ ਕਿ ਅਸੀਂ ਅੱਜ ਕਿਸ ਚੀਜ਼ ਨੂੰ ਲੱਭ ਰਹੇ ਹਾਂ ਨਾ। ਅੱਜ ਅਸੀਂ ਕਿਸ ਚੀਜ਼ ਨੂੰ ਲੱਭ ਰਹੇ ਹਾਂ, ਕਿਹੜੀ ਚੀਜ਼ ਦੀ ਅਸੀਂ ਖੋਜ ਕਰ ਰਹੇ ਹਾਂ। ਹਾਲੇਲੂਇਆ। ਤੇ ਅਸੀਂ ਇੱਕ ਬਾਈਬਲ ਦੇ ਵਿੱਚ ਇੱਕ ਔਰਤ ਦਾ ਜ਼ਿਕਰ ਆਇਆ, ਇੱਕ ਔਰਤ ਦਾ ਜ਼ਿਕਰ ਆਇਆ, ਉਹਨੂੰ 12 ਸਾਲ ਤੋਂ ਲਹੂ ਵਗਣ ਦਾ ਰੋਗ ਸੀਗਾ। ਹਾਲੇਲੂਇਆ। ਜਦੋਂ ਅਸੀਂ ਸਟੋਰੀ ਨੂੰ ਪੜ੍ਹਦੇ ਹਾਂ, ਉਸ ਔਰਤ ਦੇ ਬਾਰੇ ਪੜ੍ਹਦੇ ਹਾਂ, ਉੱਥੇ ਲਿਖਿਆ ਹੋਇਆ ਕਿ ਉਹ ਜਿਹੜੀ ਔਰਤ ਸੀਗੀ, ਉਹ ਬਿਮਾਰੀ ਦੇ ਵਿੱਚ ਪੀੜਤ ਸੀਗੀ ਤੇ ਉਸਨੇ ਡਾਕਟਰਾਂ ਨੂੰ ਲੱਭਿਆ, ਹਕੀਮਾਂ ਨੂੰ ਲੱਭਿਆ, ਵੈਦਾਂ ਨੂੰ ਲੱਭਿਆ। ਉਸਨੇ ਆਪਣੀ ਚੰਗਾਈ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਬੜੀ ਯਤਨ ਕੀਤੀ। ਬਾਈਬਲ ਸਾਨੂੰ ਇਸ ਤਰ੍ਹਾਂ ਦੱਸਦੀ ਹੈ ਕਿ ਉਸਨੇ ਆਪਣਾ ਸਾਰਾ ਧਨ ਦੌਲਤ ਬਿਮਾਰੀ ਦੇ ਕਰਕੇ ਡਾਕਟਰਾਂ ਦੇ ਕੋਲ ਲਟਾ ਦਿੱਤਾ ਸੀਗਾ ਤੇ ਉਸਦਾ ਸਾਰਾ ਜਿਹੜਾ ਧਨ ਦੌਲਤ ਖਤਮ ਹੋ ਚੁੱਕਾ ਸੀਗਾ। ਜਿੰਨਾ ਵੀ ਉਸ ਕੋਲ ਪੈਸਾ ਸੀਗਾ, ਉਹ ਸਾਰਾ ਉਹ ਚੰਗਾਈ ਨੂੰ ਲੱਭਦੀ ਪਈ ਸੀ, ਪਰ ਉਹਨੂੰ ਚੰਗਾਈ ਨਹੀਂ ਮਿਲ ਰਹੀ ਸੀ। ਉਹ ਸੰਸਾਰ ਦੇ ਵਿੱਚ ਲੱਭ ਰਹੀ ਸੀ ਚੰਗਾਈ, ਡਾਕਟਰਾਂ ਦੇ ਕੋਲ ਚੰਗਾਈ ਲੱਭ ਰਹੀ ਸੀ, ਹਕੀਮਾਂ ਦੇ ਕੋਲ ਲੱਭ ਰਹੀ ਸੀ, ਉਹ ਪਤਾ ਨਹੀਂ ਕਿੰਨੀ ਕਿੰਨੀ ਥਾਵਾਂ ਦੇ ਵਿੱਚ ਗਈ ਹੋਣੀ ਆ ਉਹ, ਹੈ ਨਾ। ਜਿੱਥੇ ਜਿੱਥੇ ਵੀ ਲੋਕਾਂ ਨੇ ਕਿਹਾ ਹੋਣਾ, ਉੱਥੇ ਉੱਥੇ ਗਈ ਆ। ਪਰ ਜਦੋਂ ਉਹਦਾ ਸਾਰਾ ਕੁਝ ਖਤਮ ਹੋ ਗਿਆ, ਪੈਸਾ ਵੀ ਖਤਮ ਹੋਇਆ, ਤਾਂ ਬਾਈਬਲ ਕਹਿੰਦੀ ਹੈ ਕਿ ਉਸ ਨੂੰ ਫਿਰ ਕੋਈ ਫਾਇਦਾ ਨਹੀਂ ਹੋਇਆ ਹੈਗਾ। ਜਦੋਂ ਉਸਨੇ ਆਪਣਾ ਪੈਸਾ ਵੀ ਬਰਬਾਦ ਕਰ ਲਿਆ, ਡਾਕਟਰਾਂ ਦੇ ਕੋਲ ਵੀ ਚਲ ਗਈ, ਸਮਾਂ ਵੀ ਉਸਨੇ ਬਰਬਾਦ ਕਰ ਲਿਆ। ਫਿਰ ਕੀ ਹੋਇਆ? ਜਦੋਂ ਉਹ ਯਿਸੂ ਮਸੀਹ ਦੇ ਪੱਲੇ ਨੂੰ ਨੇ ਫੜ ਲਿਆ, ਮਤਲਬ ਯਿਸੂ ਮਸੀਹ ਨੂੰ ਨੇ ਲੱਭ ਲਿਆ, ਯਿਸੂ ਮਸੀਹ ਦੇ ਪਿੱਛੇ ਹੋ ਗਈ। ਜਦੋਂ ਯਿਸੂ ਮਸੀਹ ਭੀੜ ਦੇ ਵਿੱਚ ਜਾ ਰਹੇ ਸੀਗੇ, ਉੱਥੇ ਯਿਸੂ ਮਸੀਹ ਦੇ ਪਿੱਛੇ ਹੋ ਲਈ। ਉਹ ਭੀੜ ਦੇ ਵਿੱਚੋਂ ਹੋ ਕੇ ਯਿਸੂ ਮਸੀਹ ਨੇ ਉਹਦੇ ਪੱਲੇ ਨੂੰ ਛੂ ਲਿਆ, ਕਹਿਣ ਦਾ ਮਤਲਬ ਪੱਲੇ ਨੂੰ ਲੱਭ ਲਿਆ। ਹਾਲੇਲੂਇਆ। ਜਦੋਂ ਉਹਨੇ ਯਿਸੂ ਮਸੀਹ ਨੂੰ ਲੱਭਿਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਬਾਈਬਲ ਕਹਿੰਦੀ ਹੈ ਉਸੇ ਸਮੇਂ ਚੰਗਾਈ ਆ ਗਈ। ਹਾਲੇਲੂਇਆ। ਅਸੀਂ ਲੱਭ ਕੀ ਰਹੇ ਹਾਂ ਕਿ 12 ਸਾਲ ਦੀ ਔਰਤ ਵਾਂਗੂ ਅਸੀਂ ਸੰਸਾਰ ਦੀਆਂ ਚੀਜ਼ਾਂ, ਸੰਸਾਰ ਦੀ ਚੰਗਾਈ ਦੇ ਲਈ, ਸਰੀਰਕ ਚੰਗਾਈ ਦੇ ਲਈ ਅਸੀਂ ਡਾਕਟਰਾਂ ਦੇ ਕੋਲ ਜਾ ਰਹੇ ਹਾਂ, ਕਿਸੇ ਹੋਰ ਚੀਜ਼ ਕੋਲ ਜਾ ਰਹੇ ਹਾਂ, ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਤੇ ਅੱਜ ਸਾਡੇ ਕੋਲ ਸਮਾਂ ਆ, ਅੱਜ ਸਾਡੇ ਕੋਲ ਮੌਕਾ ਹੈ ਕਿ ਯਿਸੂ ਮਸੀਹ ਨੂੰ ਲੱਭ ਲਈਏ, ਯਿਸੂ ਮਸੀਹ ਦੀ ਖੋਜ ਕਰ ਲਈਏ, ਯਿਸੂ ਮਸੀਹ ਦੇ ਪੱਲੇ ਨੂੰ ਛੂ ਲਈਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਆ ਜਾਏ, ਸਾਡੀ ਜ਼ਿੰਦਗੀ ਦੇ ਵਿੱਚ ਚੰਗਾਈ ਆ ਜਾਏ, ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਆ ਜਾਏ, ਹੈ ਨਾ। ਜਿਹੜੀ 12 ਸਾਲ ਦੀ ਔਰਤ ਸੀ, ਦੇਖੋ ਅਗਰ ਅਸੀਂ ਸਟੋਰੀ ਨੂੰ ਤੁਸੀਂ ਪੜ੍ਹੋਗੇ ਤਾਂ ਉੱਥੇ ਲਿਖਿਆ ਵਾ ਕਿ ਉਹਨੇ ਸਾਰਾ ਕੁਝ ਗਵਾ ਲਿਆ ਜਦੋਂ ਬਿਮਾਰ ਸੀਗੀ। ਸਾਰਾ ਕੁਝ, ਪੈਸਾ ਵੀ ਗਵਾ ਲਿਆ, ਸਾਰਾ ਕੁਝ ਗਵਾ ਲਿਆ ਤੇ ਕਮਜ਼ੋਰ ਹੋ ਚੁੱਕੀ ਸੀ, ਦੁਰਬਲ ਪਤਲੀ ਹੋ ਚੁੱਕੀ ਸੀ, ਹੈ ਨਾ। ਜਿਸ ਔਰਤ ਦੇ ਸਰੀਰ ਦੇ ਵਿੱਚ ਲਹੂ ਵਗਦਾ ਰਹੇ, ਉਹ ਸੁੱਕ ਜਾਂਦੀ ਆ, ਹੈ ਨਾ।
ਤੇ ਕੀ ਹੋਇਆ, ਉਹ ਇੰਨੀ ਕਮਜ਼ੋਰ ਹੋ ਚੁੱਕੀ ਸੀ, ਉਸ ਦਾ ਸਾਰਾ ਕੁਝ ਜਾ ਚੁੱਕਾ ਸੀਗਾ। ਉਸਨੇ ਆਪਣੀ ਚੰਗਾਈ ਨੂੰ ਲੱਭਣ ਦੀ ਬੜੀ ਯਤਨ ਕੀਤੀ। ਦੇਖੋ, ਉਹ ਬੜੀ ਯਤਨ ਕੀਤਾ, ਉਸਨੇ ਬੜੀ ਕੋਸ਼ਿਸ਼ ਕੀਤੀ ਉਸਨੂੰ, ਪਰ ਉਸਨੂੰ ਚੰਗਾਈ ਨਹੀਂ ਲੱਭੀ। ਜਦੋਂ ਯਿਸੂ ਮਸੀਹ ਨੂੰ ਲੱਭ ਲਿਆ, ਉਸਨੇ ਯਿਸੂ ਮਸੀਹ ਨੂੰ ਪਾ ਲਿਆ, ਤਾਂ ਚੰਗਾਈ ਮਿਲ ਗਈ। ਹਾਲੇਲੂਇਆ। ਅਗਰ ਅਸੀਂ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਡੇ ਨਾਲ ਯਿਸੂ ਮਸੀਹ ਹੋਣਾ ਜ਼ਰੂਰੀ ਆ। ਜੇ ਅਗਰ ਸਾਡੇ ਨਾਲ ਯਿਸੂ ਮਸੀਹ ਆ ਤਾਂ ਹਰੇਕ ਚੀਜ਼ ਸਾਡੇ ਕੋਲ ਆ ਜਾਏਗੀ। ਹਾਲੇਲੂਇਆ। ਹਰੇਕ ਚੀਜ਼ ਸਾਡੇ ਕੋਲ ਆ ਜਾਏਗੀ। ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਆ ਜਿਹੜੀ ਸਾਡੇ ਕੋਲ ਨਹੀਂ ਆ ਸਕਦੀ। ਹਰੇਕ ਚੀਜ਼ ਪਰਮੇਸ਼ਰ ਕਹਿੰਦਾ ਮੰਗੋ ਤੁਹਾਨੂੰ ਦਿੱਤਾ ਜਾਏਗਾ, ਢੂੰਡੋਗੇ तो तुम पाओगे। ਅਸੀਂ ਮੰਗਣਾ ਕਿੱਦਾਂ ਆ? ਮੰਗਣ ਦਾ ਮਤਲਬ ਕੀ ਆ? ਪ੍ਰਾਰਥਨਾ ਕਰਨਾ, ਹੈ ਨਾ। ਢੂੰਡਣ ਦਾ ਮਤਲਬ ਕੀ ਆ? ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਖੜੇ ਰਹਿਣਾ, ਪਰਮੇਸ਼ਰ ਦੀ ਇੱਛਾ ਦਾ ਪਾਲਣ ਕਰਨਾ, ਹੈ ਨਾ। ਢੂੰਡਣਾ, ਉਸ ਚੀਜ਼ ਨੂੰ ਨਹੀਂ ਲੱਭਣ ਦੀ ਸਾਨੂੰ ਜ਼ਰੂਰਤ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ, ਸੰਸਾਰਿਕ ਜਾਂ ਹੋਰ। ਸਾਨੂੰ ਪਰਮੇਸ਼ਰ ਦੀ ਇੱਛਾ ਨੂੰ ਲੱਭਣਾ ਪੈਣਾ। ਜਦੋਂ ਪਰਮੇਸ਼ਰ ਦੀ ਇੱਛਾ ਨੂੰ ਲੱਭਾਂਗੇ ਤਾਂ ਸਾਨੂੰ ਹਰੇਕ ਚੀਜ਼ ਮਿਲ ਜਾਏਗੀ। ਹਾਲੇਲੂਇਆ। ਤੇ ਆਓ ਇੱਕ ਅਸੀਂ ਵਚਨ ਹੋਰ ਪੜਾਂਗੇ, ਪ੍ਰੇਰਿਤੋਂ ਦੇ ਕੰਮ ਉਸ ਦਾ 3 ਅਧਿਆਏ, उसकी 19 आयत ਦੇ ਵਿੱਚ ਇਸ ਤਰ੍ਹਾਂ ਲਿਖਿਆ ਵਾ, इसलिए मन फिराओ और लौट आओ कि तुम्हारे पाप मिटाए जाएं, जिससे प्रभु के सन्मुख से विश्राम के दिन आए, है ना। बहुत सारे लोग विश्राम ਨੂੰ ਲੱਭ ਰਹੇ ਆ, ਸੁੱਖ ਦੇ ਦਿਨਾਂ ਨੂੰ ਲੱਭ ਰਹੇ ਆ, ਹੈ ਨਾ, ਕਿ ਸਾਡੀ ਜ਼ਿੰਦਗੀ ਦੇ ਵਿੱਚ ਕੀ ਆਣ? ਸੁੱਖ ਆਣ, ਸੰਸਾਰ ਦੇ ਸੁੱਖ ਲੱਭਦੇ ਆ। ਤਾਂ ਪਰਮੇਸ਼ਰ ਕੀ ਕਹਿੰਦਾ ਆ? ਅਸੀਂ 3:19 ਦੇ ਵਿੱਚ ਪੜ੍ਹ ਕੇ ਹਟੇ ਆ, मन फिराओ और लौट आओ कि तुम्हारे पाप मिटाए जाएं, जिससे प्रभु के सन्मुख से विश्राम के दिन आए। अगर साडी जिंदगी ਦੇ ਵਿੱਚ ਸੁੱਖ ਦੇ ਦਿਨ ਆਣੇ ਆ, ਆਰਾਮ ਦੇ ਦਿਨ ਆਣੇ ਆ, ਪਰਮੇਸ਼ਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ। ਜਦੋਂ ਅਸੀਂ ਪਰਮੇਸ਼ਰ ਦੇ ਕੋਲ ਲੌਟ ਕੇ ਆਵਾਂਗੇ, ਮਤਲਬ ਕਿ ਮੁੜ ਆਵਾਂਗੇ ਪਰਮੇਸ਼ਰ ਦੇ ਕੋਲ, ਪਰਮੇਸ਼ਰ ਨੂੰ ਲੱਭ ਲਵਾਂਗੇ, ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਣਾ ਸ਼ੁਰੂ ਕਰਾਂਗੇ, ਤਾਂ ਸਾਡੇ ਕੋਲ ਉਹ ਸ਼ਾਂਤੀ ਦਾ ਰਾਜਕੁਮਾਰ ਆ ਜਾਏਗਾ। ਸਾਡੀ ਜ਼ਿੰਦਗੀ ਦੇ ਵਿੱਚ ਵਿਸ਼ਰਾਮ ਦੇ ਦਿਨ, ਸੁੱਖ ਦੇ ਦਿਨ ਆ ਜਾਣਗੇ। ਆਮੀਨ। ਕਿ ਸਵਾਲ ਇਹ ਆ ਕਿ ਅਸੀਂ ਉੱਤੇ ਲਿਖਿਆ ਵਾ ਮਨ ਫਿਰਾਓ ਔਰ ਲੋਟ ਆਓ, ਹੈ ਨਾ। ਮਤਲਬ ਲੌਟ ਆਉਣ ਦਾ ਮਤਲਬ ਕੀ ਆ? ਕਿ ਮੰਨ ਲਓ ਅਸੀਂ ਪਰਮੇਸ਼ਰ ਇਸ ਸਾਈਡ ਖੜਾ ਹੈ ਤੇ ਅਸੀਂ ਦੂਸਰੀ ਸਾਈਡ ਜਾ ਰਹੇ ਹਾਂ, ਤੇ ਲੌਟ ਆਉਣ ਦਾ ਮਤਲਬ ਕੀ ਆ? ਉਸ ਸਾਈਡ ਨੂੰ ਛੱਡ ਕੇ ਪਰਮੇਸ਼ਰ ਵੱਲ ਆ ਜਾਣਾ। ਹਾਲੇਲੂਇਆ। ਲੌਟ ਆਉਣਾ, ਮੁੜ ਆਉਣਾ, ਉਹਨਾਂ ਕੰਮਾਂ ਨੂੰ ਛੱਡ ਦਈਏ ਕਿ ਪਰਮੇਸ਼ਰ ਜਿਹੜੇ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੇ ਆ, ਨਾ। ਕਿ ਪਰਮੇਸ਼ਰ ਦੇ ਕੋਲ ਜਦੋਂ ਅਸੀਂ ਲੌਟ ਕੇ ਆਵਾਂਗੇ, ਮੁੜ ਕੇ ਆਵਾਂਗੇ, ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਦੇ ਦਿਨ ਆਪਣੇ ਆਪ ਆ ਜਾਣਗੇ, ਹੈ ਨਾ। ਅੱਜ ਲੋਕ ਅਭਿਸ਼ੇਕ ਨੂੰ ਲੱਭਣਾ ਚਾਹੁੰਦੇ ਆ। ਅਭਿਸ਼ੇਕ ਮਿਲਦਾ ਕਿੱਦਾਂ ਆ? ਕਿਸੇ ਸੇਵਕ ਦਾ ਹੱਥ ਲਗਾਉਣ ਤੇ ਤੁਹਾਨੂੰ ਅਭਿਸ਼ੇਕ ਨਹੀਂ ਮਿਲੇਗਾ। ਉਹ ਅਭਿਸ਼ੇਕ ਮਿਲੇਗਾ ਜ਼ਰੂਰ ਥੋੜ੍ਹੇ ਸਮੇਂ ਦੇ ਲਈ, ਠੀਕ ਆ, ਉਹਨੂੰ ਗਵਾ ਲੂੰਗੇ ਤੁਸੀਂ। ਜਿਹੜਾ ਅਭਿਸ਼ੇਕ ਤੁਸੀਂ ਖੁਦ ਕਮਾਓਗੇ ਆਪਣੀ ਮਿਹਨਤ ਦੇ ਦੁਆਰਾ, ਉਹ ਕਦੇ ਹੀ ਨਹੀਂ ਜਾਏਗਾ। ਅੱਜ ਲੋਕ ਅਭਿਸ਼ੇਕ ਪਾਉਣ ਦੇ ਲਈ ਕਹਿੰਦੇ ਸਾਨੂੰ ਅਭਿਸ਼ੇਕ ਚਾਹੀਦਾ, ਸਾਮਰਥ ਚਾਹੀਦੀ ਆ। ਉਹ ਸਾਮਰਥ ਮਿਲਣੀ ਕਿੱਦਾਂ ਆ? ਉਹ ਸਾਮਰਥ ਟਿਕਣੀ ਕਿੱਦਾਂ ਆ? ਜਦੋਂ ਅਸੀਂ ਇਸ ਸਾਈਡ ਜਾ ਰਹੇ ਹਾਂ, ਪਰਮੇਸ਼ਰ ਇਸ ਸਾਈਡ ਖੜਾ, ਉਸ ਸਾਈਡ ਨੂੰ ਛੱਡ ਕੇ ਪਰਮੇਸ਼ਰ ਦੇ ਕੋਲ ਆ ਜਾਣਾ ਆ, ਮੁੜ ਆਉਣਾ ਆ। ਅਭਿਸ਼ੇਕ ਆਪਣੇ ਆਪ ਕੰਮ ਕਰੂੰਗਾ ਤੁਹਾਡੀ ਲਾਈਫ ਦੇ ਵਿੱਚ, ਆਪਣੇ ਆਪ। ਕਿਸ 'ਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਕਿਸੇ ਕੋਲ ਸਿਰ 'ਤੇ ਹੱਥ ਰਖਾਉਣ ਦੀ ਜ਼ਰੂਰਤ ਨਹੀਂ ਹੈਗੀ। ਅੱਜ ਬਹੁਤ ਸਾਰੇ ਵਿਸ਼ਵਾਸੀ ਕੀ ਕਰਦੇ ਆ? ਸਾਡੇ ਸਿਰ 'ਤੇ ਹੱਥ ਰੱਖ ਦਿਓ ਜੀ, ਸਾਡੇ ਸਿਰ 'ਤੇ ਹੱਥ ਰੱਖ ਦਿਓ ਜੀ, ਹੈ ਨਾ। ਅਨੋਇੰਟਿੰਗ, ਉਹ ਫਲਾਨੀ ਜਗ੍ਹਾ ਜ਼ਿਆਦਾ ਅਭਿਸ਼ੇਕ ਆ। ਉਹ ਜ਼ਿਆਦਾ ਅਭਿਸ਼ੇਕ ਯਿਸੂ ਮਸੀਹ ਦੇ ਕੋਲ ਹੈ, ਠੀਕ ਹੈ। ਉਹ ਅਭਿਸ਼ੇਕ ਸ਼ੈਤਾਨ ਦੇ ਕੋਲ ਵੀ ਆ, ਮੈਂ ਤੁਹਾਨੂੰ ਦੱਸੀ ਜਾਂਦਾ, ਸਾਮਰਥ ਉਹਦੇ ਕੋਲ ਵੀ ਆ, ਠੀਕ ਹੈ। ਤੇ ਅਸੀਂ ਕਰ ਕੀ ਰਹੇ ਹਾਂ? ਅਭਿਸ਼ੇਕ। ਅੱਜ ਸਭ ਨਾਲੋਂ ਜ਼ਿਆਦਾ ਜਿਹੜਾ ਕੰਮ ਹੈ ਅੱਜ ਅਭਿਸ਼ੇਕ। ਅੱਜ ਪ੍ਰਚਾਰ ਵੀ ਅੱਜ ਕੱਲ੍ਹ ਅਭਿਸ਼ੇਕ 'ਤੇ ਹੋ ਰਿਹਾ। ਹਾਂ, ਗਲਤ ਨਹੀਂ ਹੈਗਾ, ਸਹੀ ਆ। ਪਰਮੇਸ਼ਰ ਅਭਿਸ਼ੇਕ ਦੇ ਦੁਆਰਾ, ਪਰਮੇਸ਼ਰ ਕਹਿੰਦਾ ਸਭ ਜੂਏ ਤੋੜ ਦਿੱਤੇ ਜਾਣੇ ਆ, ਹੈ ਨਾ। ਅਭਿਸ਼ੇਕ ਪਾਉਣ ਦੇ ਲਈ ਕਰਨਾ ਕੀ ਪੈਣਾ ਆ? ਪਰਮੇਸ਼ਰ ਕੋਲ ਆਉਣਾ ਪੈਣਾ, ਨਾ ਕਿਸੇ ਇਨਸਾਨ ਦੀ ਲੋੜ ਹੈ ਸਾਨੂੰ। ਪਰਮੇਸ਼ਰ ਦਾ ਲੌਟ ਆਓ, ਸੁੱਖ ਦੇ ਦਿਨ ਆਉਣਗੇ, ਸੁੱਖ ਦੇ ਦਿਨ ਵੀ ਆਉਣਗੇ, ਅਭਿਸ਼ੇਕ ਵੀ ਸਾਡੀ ਜ਼ਿੰਦਗੀ ਵਿੱਚ ਆਏਗਾ। ਸਾਨੂੰ ਜ਼ਿਆਦਾ ਪਰਿਸ਼ਰਮ ਕਰਨ ਦੀ ਲੋੜ ਨਹੀਂ ਪਏਗੀ। ਜਿਸ ਮਾਰਗ ਉੱਤੇ ਚੱਲ ਰਹੇ ਹਾਂ ਅਸੀਂ, ਜਿਸ ਦਿਸ਼ਾ ਦੇ ਵੱਲ ਚੱਲ ਰਹੇ ਹਾਂ, ਬਸ ਉਹ ਦੇਖਣੀ ਕਿ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੈ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੈ ਕਿ ਨਹੀਂ ਹੈ। ਤੇ ਲੌਟ ਆਉਣਾ, ਮੁੜ ਆਉਣਾ, ਤੇ ਪਰਮੇਸ਼ਰ ਦੀ ਖੋਜ ਦੇ ਵਿੱਚ ਕਰਨਾ। ਪਰਮੇਸ਼ਰ ਨੂੰ ਢੂੰਡਣ ਦਾ ਮਤਲਬ ਕੀ ਆ? ਉਹਦੇ ਵਚਨ ਉੱਤੇ ਸਥਿਰ ਰਹਿਣਾ, ਉਹਦੀ ਇੱਛਾ ਨੂੰ ਪੂਰਾ ਕਰਨਾ। ਹਾਲੇਲੂਇਆ। ਬਾਈਬਲ ਦੇ ਵਿੱਚ ਇੱਕ ਸਟੋਰੀ ਆ, ਉੱਥੇ ਇਸ ਤਰ੍ਹਾਂ ਲਿਖਿਆ ਹੋਇਆ, ਕਹਿੰਦਾ ਪ੍ਰਭੂ ਯਿਸੂ ਮਸੀਹ ਦੇ ਕੋਲ ਬਹੁਤ ਸਾਰੇ ਇਨਸਾਨ ਆਏ। ਅਸੀਂ ਸਟੋਰੀ ਨੂੰ ਪੜ੍ਹਾਂਗੇ। ਲੂਕਾ ਦੀ ਅੰਜੀਲ ਉਹਦਾ
15 ਅਧਿਆਏ ਉਹਦੀ ਇੱਕ ਆਇਤ ਦੇ ਵਿੱਚ, ਇੱਕ ਆਇਤ ਤੋਂ ਲੈ ਕੇ 7 ਆਇਤ तक पढ़ांगे। लूका ਉਹਦਾ 15 ਦੀ 1 इतने लिखा हुआ, सब चुंगी लेने वाले और पापी उसके पास आए, मतलब यीशु मसीह दे कोल आए, पास आया करते थे ताकि उसकी सुने। पर फरीसी और शास्त्री कुड़कुड़ा कर कहने लगे, यह तो पापियों से मिलता है और उनके साथ खाता भी है। हालेलुया। ਤੇ ਯਿਸੂ ਮਸੀਹ ਜਿਹੜਾ ਆ ਉਹ ਪਾਪੀਆਂ ਦੇ ਨਾਲ ਬੈਠ ਕੇ ਉਹਨਾਂ ਦੇ ਘਰ ਦੇ ਵਿੱਚ ਰਹਿੰਦਾ ਸੀਗਾ, ਮਤਲਬ ਖਾਂਦਾ ਸੀਗਾ, ਪੀਂਦਾ ਸੀਗਾ। ਤੇ ਜਿਹੜੇ ਫਰੀਸੀ ਸੀਗੇ, ਸ਼ਾਸਤਰੀ ਸੀਗੇ, ਉਹ ਕੁੜਕੜਾਉਂਦੇ ਸੀਗੇ ਯਿਸੂ ਮਸੀਹ ਉੱਤੇ। ਕਹਿੰਦਾ ਇਹ ਪਾਪੀ ਲੋਕਾਂ ਦੇ ਨਾਲ ਰਹਿੰਦਾ, ਇਹ ਤਾਂ ਖੁਦ ਪਾਪੀ ਆ, है ना। ਤਾਂ ਕੀ ਉੱਥੇ ਯਿਸੂ ਮਸੀਹ ਨੇ ਕਿਹਾ, तब उसने उनसे यह दृष्टांत कहा, तुम में से कौन है जिसकी 100 भेड़ें हों और उनमें से एक खो जाए तो 99 को जंगल में छोड़कर उस खोई हुई को जब तक मिल ना जाए खोजता ना रहे, और जब मिल जाती है तब वह बड़े आनंद से उसे कंधे पर उठा लेता है और घर में आकर मित्रों और पड़ोसियों को इकट्ठा करके कहता है, मेरे साथ आकर आनंद करो, क्योंकि मेरी खोई हुई भेड़ मिल गई है। मैं तुमसे कहता हूँ कि इस रीति से एक मन फिराने वाले पापी के विषय में भी स्वर्ग में इतना ही आनंद होगा जितना कि 99 ऐसे धर्मियों के विषय नहीं होता जिन्हें मन फिराने की आवश्यकता नहीं। परमेश्वर कहना, ਯਿਸੂ ਮਸੀਹ ਕਹਿੰਦਾ, ਮੈਂ ਉਹਨਾਂ 99 ਭੇਡਾਂ ਨੂੰ ਲੱਭਣ ਦੇ ਲਈ ਨਹੀਂ ਆਇਆ, ਉਸ ਇੱਕ ਭੇਡ ਨੂੰ ਲੱਭਣ ਦੇ ਲਈ ਆਇਆ ਜਿਹੜੀ ਗਵਾਚ ਚੁੱਕੀ ਹੈ। कहना मतलब ਜਿਹੜੀ ਮੇਰੇ ਕੋਲੋਂ ਦੂਰ ਹੋ ਚੁੱਕੀ ਹੈ, ਪਰਮੇਸ਼ਰ ਦੇ ਕੋਲੋਂ ਦੂਰ ਹੋ ਚੁੱਕੀ ਹੈ। ਯਿਸੂ ਮਸੀਹ ਉਸ ਭੇਡ ਨੂੰ ਲੱਭਣ ਦੇ ਲਈ ਆਏ। ਕਹਿੰਦਾ 99 ਨੂੰ ਮੈਂ ਲੱਭਣ ਦੇ ਲਈ ਨਹੀਂ ਆਇਆ, ਕਹਿੰਦਾ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਨਹੀਂ ਆਇਆ ਜਿਹੜੇ ਆਲਰੇਡੀ ਧਰਮੀ ਆ, ਹੈ ਨਾ। ਬਾਈਬਲ ਤਾਂ ਕਹਿੰਦੀ ਸਭ ਇਨਸਾਨ ਪਾਪੀ ਆ, ਤੇ ਜਿਹੜੇ ਵਿਵਸਥਾ ਦੇ ਅਨੁਸਾਰ ਚੱਲਦੇ ਸੀਗੇ, ਜਿਹੜੇ ਸਹੀ ਚੱਲਦੇ ਸੀਗੇ, ਪਰਮੇਸ਼ਰ ਨੇ ਉੱਥੇ ਉਹਨਾਂ ਦੀ ਗੱਲ ਕੀਤੀ ਆ। ਅਬਰਾਹਮ ਵਰਗੇ, ਨੂਹ ਵਰਗੇ, ਹੈ ਨਾ, ਹਨੋਕ ਵਰਗੇ, ਪਰਮੇਸ਼ਰ ਨੇ ਉਹਨਾਂ ਦੀ ਗੱਲ ਕੀਤੀ ਹੈ। ਕਹਿੰਦਾ ਮੈਂ ਉਹਨਾਂ ਨੂੰ ਬਚਾਉਣ ਦੇ ਲਈ ਨਹੀਂ ਆਇਆ, ਉਹ ਤਾਂ ਆਲਰੇਡੀ ਬਚ ਚੁੱਕੇ ਆ, ਹੈ ਨਾ। ਕਾਹਦੇ ਲਈ? ਉਹ ਵਿਵਸਥਾ ਨੂੰ ਵਿਸ਼ਵਾਸ ਦੇ ਦੁਆਰਾ ਬਚਾ। ਅਬਰਾਹਮ ਕਾਹਦੇ ਦੁਆਰਾ ਬਚਿਆ? ਵਿਸ਼ਵਾਸ ਦੇ ਦੁਆਰਾ। ਯਿਸੂ ਕਹਿੰਦਾ ਮੈਂ ਉਸ ਇੱਕ ਭੇਡ ਨੂੰ ਜਿਹੜੀ ਪਾਪੀ ਆ ਉਹਨੂੰ ਲੱਭਣ ਦੇ ਲਈ ਆਇਆ। ਤੇ ਇਹ ਜਦੋਂ ਇੱਕ ਇਨਸਾਨ ਪਰਮੇਸ਼ਰ ਦੇ ਕੋਲ ਮੁੜ ਆਉਂਦਾ ਆ ਤੇ ਪਰਮੇਸ਼ਰ ਸਵਰਗ ਦੇ ਵਿੱਚ ਇੱਕ ਬੜਾ ਆਨੰਦ ਮਨਾਇਆ ਜਾਂਦਾ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਵੀ ਗੁਆਚੇ ਹੋਇਆਂ ਨੂੰ ਲੱਭਣ ਦੇ ਲਈ ਆਏ। ਹਾਲੇਲੂਇਆ। लूका 19:10 ਵਿੱਚ ਲਿਖਿਆ हुआ, क्योंकि मनुष्य का पुत्र खोए हुओं को ढूंढने और उनका उद्धार करने आया। जी यीशु मसीह सानू ਲੱਭਣ ਦੇ ਲਈ ਆਇਆ, ਉਧਾਰ ਕਰਨ ਦੇ ਲਈ ਆਇਆ। ਹਾਲੇਲੂਇਆ। ਸਾਨੂੰ ਸੈਲਵੇਸ਼ਨ, ਮੁਕਤੀ ਦੇਣ ਦੇ ਲਈ ਆਇਆ। ਤੇ ਪਰਮੇਸ਼ਰ ਯਿਸੂ ਮਸੀਹ ਵੀ ਅੱਜ ਇਨਸਾਨ ਵੀ ਲੱਭ ਰਿਹਾ ਹੈ, ਹਨਾ। ਯਿਸੂ ਮਸੀਹ ਵੀ ਲੱਭਣ ਦੇ ਲਈ ਆਇਆ। ਤੇ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਸੀਗਾ ਤੇ ਪਰਮੇਸ਼ਰ ਵੀ ਉਹਨਾਂ ਨੂੰ ਗਤਸਮਨੀ ਬਾਗ ਦੇ ਵਿੱਚ ਮਿਲਣ ਦੇ ਲਈ, ਉਹਨਾਂ ਨੂੰ ਲੱਭਣ ਦੇ ਲਈ ਆਇਆ ਸੀਗਾ। अगर उसी पढ़ांगे उसी उत्पत्त उसका 3 अध्याय 9 आयत, तब यहोवा परमेश्वर ने पुकार कर आदम से पूछा, तू कहाँ है? परमेश्वर पूछता है तू किथे आ, लभ रहा है, है ना। अज असी भी लभ रहे हैं, यीशु मसीह भी लभ रहा ते परमेश्वर भी लभ रहा है। हालेलुया। असी लभ की रहे हैं, ਅਸੀਂ ਕੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਜਿਹੜਾ ਮਕਸਦ ਹੈ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੈ ਜਾਂ ਨਹੀਂ। ਅਸੀਂ ਲੱਭ ਕੀ ਰਹੇ ਹਾਂ, ਕੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਬਹੁਤ ਸਾਰੇ ਲੋਕ ਇਹ ਚਾਹੁੰਦੇ ਆ ਕਿ ਸਾਨੂੰ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ, ਵਿਦੇਸ਼ ਨੂੰ ਪਾਉਣਾ ਚਾਹੁੰਦੇ ਆ, ਹੈ ਨਾ, ਕਿ ਅੱਛੇ ਪੈਸੇ ਨੂੰ ਪਾਉਣਾ ਚਾਹੁੰਦੇ ਆ, ਹੈ ਨਾ। ਹਰੇਕ ਇਨਸਾਨ ਕੋਈ ਨਾ ਕੋਈ ਵਸਤੂ ਨੂੰ, ਕੋਈ ਨਾ ਕੋਈ ਚੀਜ਼ ਲੱਭਦਾ ਪਿਆ ਹੈ। ਇਹੋ ਜਿਹਾ ਦੁਨੀਆ ਦੇ ਵਿੱਚ ਕੋਈ ਇਨਸਾਨ ਨਹੀਂ ਹੋਣਾ ਜਿਹੜਾ ਕਿਸੇ ਚੀਜ਼ ਦੀ ਭਾਲ ਨਾ ਕਰਦਾ ਹੋਵੇ। ਹਰੇਕ ਇਨਸਾਨ ਕਿਸੇ ਨਾ ਕਿਸੇ ਚੀਜ਼ ਦੀ ਖੋਜ ਕਰ ਰਿਹਾ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਸਭ ਤੋਂ ਪਹਿਲਾਂ ਕੀ ਕਰ, ਤੂੰ ਮੇਰੇ ਧਰਮ ਤੇ ਰਾਜ ਦੀ ਖੋਜ ਕਰ, ਸੰਸਾਰ ਦੀਆਂ ਚੀਜ਼ਾਂ ਤੇਰੇ ਪਿੱਛੇ ਪੈ ਕੇ ਮਿਲ ਜਾਣੀਆਂ। ਪਰਮੇਸ਼ਰ ਨੇ ਵੀ ਆਦਮ ਤੇ ਹਵਾ ਨੂੰ ਲੱਭਿਆ, ਉਹਨੂੰ ਆਵਾਜ਼ ਦਿੱਤੀ, ਕਿਉਂਕਿ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਕੀ ਹੋ ਗਏ ਸੀਗੇ? ਪਰਮੇਸ਼ਰ ਦੇ ਕੋਲੋਂ ਲੁਕ ਗਏ ਸੀਗੇ, ਛਿਪ ਗਏ ਸੀ।
ਪਰ ਪਰਮੇਸ਼ਰ ਨੇ ਉਹਨਾਂ ਨੂੰ ਲੱਭਿਆ। ਯਿਸੂ ਮਸੀਹ ਵੀ ਗਵਾਚਿਆਂ ਨੂੰ ਲੱਭਣ ਦੇ ਲਈ ਆਇਆ। ਅਸੀਂ ਕੀ ਕਰ ਰਹੇ ਹਾਂ? ਅਸੀਂ ਕੀ ਲੱਭ ਰਹੇ ਹਾਂ? ਸਵਾਲ ਹੈ ਕਿ ਅਸੀਂ ਪਰਮੇਸ਼ਰ ਦੀ ਇੱਛਾ ਲੱਭ ਰਹੇ ਹਾਂ ਜਾਂ ਸੰਸਾਰ ਦੀ ਇੱਛਾ ਪੂਰੀ ਕਰ ਰਹੇ ਹਾਂ, ਤੇ ਸੰਸਾਰਿਕ ਇੱਛਾ ਦੀ, ਸੰਸਾਰ ਦੀਆਂ ਚੀਜ਼ਾਂ ਦੇ ਲਈ ਮਿਹਨਤ ਕਰ ਰਹੇ ਹਾਂ। ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। ਤੇ ਇੱਕ ਵਚਨ ਅਸੀਂ ਲਾਸਟ ਵਚਨ ਪੜਾਂਗੇ, ਨੀਤੀ ਵਚਨ ਕਹੌਤਾਂ, ਪੰਜਾਬੀ ਦੇ ਵਿੱਚ ਕਹੌਤਾਂ, ਹਿੰਦੀ ਦੇ ਵਿੱਚ ਨੀਤੀ ਵਚਨ, ਉਹਦਾ 8ਵਾਂ ਅਧਿਆਇ ਉਹਦੀ 17 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਵਾ ਕਿ ਬਹੁਤ ਸਾਰੇ ਇਨਸਾਨ ਹੈ ਬੁੱਧੀ ਨੂੰ ਲੱਭਦੇ ਆ। ਪਰਮੇਸ਼ਰ ਦਾ ਵਚਨ ਇੱਥੇ ਕੀ ਕਹਿੰਦਾ ਆ, ਤੇ ਬੁੱਧੀ ਇੱਥੇ ਕੀ ਕਹਿ ਰਹੀ ਆ, ਜੋ ਮੁਝਸੇ प्रेम रखते हैं उनसे मैं भी प्रेम रखती हूँ। हालेलुया। और जो मुझको जतन से तड़के उठकर खोजते हैं वे मुझे पाते हैं। ਇੱਥੇ ਬੁੱਧੀ ਕਹਿੰਦੀ ਆ, ਬੁੱਧੀ ਦੀ ਇੱਥੇ ਗੱਲ ਹੋ ਰਹੀ ਆ, ਤੇ ਬੁੱਧੀ ਕਹਿੰਦੀ ਜਿਹੜੀ ਤੜਕੇ ਉੱਠ ਕੇ ਜੋ ਮੈਨੂੰ ਖੋਜਦਾ ਆ ਤੇ ਮੈਂ ਉਹਨੂੰ ਮਿਲ ਜਾਂਦੀ ਆ। ਅੱਜ ਜਿਸ ਤਰ੍ਹਾਂ ਰਾਜਾ ਸੁਲੇਮਾਨ ਨੇ ਕੀ ਕੀਤਾ, ਬੁੱਧੀ ਨੂੰ ਮੰਗਿਆ ਪਰਮੇਸ਼ਰ ਦੇ ਕੋਲੋਂ, ਉਹਨੇ ਕਿਸੇ ਹੋਰ ਚੀਜ਼ ਨੂੰ ਨਹੀਂ ਮੰਗਿਆ। ਜਿਸ ਇਨਸਾਨ ਦੇ ਕੋਲ ਬੁੱਧੀ ਹੋਏਗੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਛੀ ਚੀਜ਼ ਨੂੰ ਲੱਭੇਗਾ। ਹਾਲੇਲੂਇਆ। ਅੱਛੀ ਬੁੱਧੀ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਪਿੱਛੇ ਚੱਲ ਸਕਦੇ ਹਾਂ। ਅਗਰ ਸਾਡੇ ਕੋਲ ਬੁੱਧੀ ਨਹੀਂ ਹੈਗੀ ਤਾਂ ਅਸੀਂ ਆਪਣੇ ਘਰ ਨੂੰ ਵੀ ਨਹੀਂ ਬਣਾ ਸਕਦੇ। ਪਰਮੇਸ਼ਰ ਦਾ ਵਚਨ ਕਹਿੰਦਾ ਆ ਬੁੱਧੀਮਾਨ ਔਰਤ ਆਪਣੇ ਘਰ ਨੂੰ ਬਣਾਉਂਦੀ ਆ। ਜੇ ਔਰਤ ਕੋਲ ਬੁੱਧੀ ਨਹੀਂ ਹੈਗੀ ਘਰ ਕਿੱਦਾਂ ਬਣਾਉਂਗੀ? ਨਹੀਂ ਬਣਾ ਸਕਦੇ ਨਾ। ਇਸ ਲਈ ਬੁੱਧੀ ਜ਼ਰੂਰੀ ਆ ਕਿ ਅਸੀਂ ਬੁੱਧੀ ਦੀ ਖੋਜ ਕਰੀਏ, ਅਸੀਂ ਪਰਮੇਸ਼ਰ ਦੀ ਖੋਜ ਕਰੀਏ। ਜਦੋਂ ਅਸੀਂ ਪਰਮੇਸ਼ਰ ਦੀ ਖੋਜ ਕਰਾਂਗੇ ਬਰਮੇਸ਼ਰ ਸਾਨੂੰ ਉਹ ਵਿਜ਼ਡਮ ਦੇਗਾ, ਉਹ ਸਮਝ ਦੇਗਾ ਜੋ ਦੁਨਿਆਵੀ ਸਮਝ ਤੋਂ ਕਿਤੇ ਪਰੇ ਹੈ ਨਾ। ਫਿਰ ਉਸ ਸਮਝ ਦੇ ਦੁਆਰਾ, ਉਸ ਬੁੱਧੀ ਦੇ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਸੁਲੇਮਾਨ ਨੇ ਕੀ ਕੀਤਾ, ਬੁੱਧੀ ਨੂੰ ਮੰਗਿਆ, ਉਸ ਤੋਂ ਬਾਅਦ ਕੀ ਪਰਮੇਸ਼ਰ ਨੇ ਉਸ ਨੂੰ ਅਮੀਰ ਵੀ ਕੀਤਾ। ਉਹ ਕਾਹਦੇ ਦੁਆਰਾ ਅਮੀਰ ਹੋਇਆ? ਪਰਮੇਸ਼ਰ ਦੀ ਅੱਛੀ ਚੀਜ਼ ਮੰਗੀ ਸੀ, ਉਹਨੇ ਬੁੱਧੀ ਮੰਗੀ ਸੀ, ਪਰਮੇਸ਼ਰ ਦੇ ਲੋਕਾਂ ਨੂੰ ਬਚਾਉਣ ਦੇ ਲਈ ਮੰਗੀ ਸੀ। ਕਿ ਅਸੀਂ ਕਰ ਕੀ ਰਹੇ ਹਾਂ? ਆਪਣੀ ਇੱਛਾ ਦੇ ਅਨੁਸਾਰ ਆਦਮ ਤੇ ਹਵਾ ਦੇ ਵਾਂਗੂ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਚੀਜ਼ਾਂ ਨੂੰ, ਉਹਨਾਂ ਫਲਾਂ ਨੂੰ ਖਾ ਰਹੇ ਹਾਂ ਜਿਹੜੀਆਂ ਚੀਜ਼ਾਂ ਪਰਮੇਸ਼ਰ ਨੇ ਮਨਾ ਕੀਤੀਆਂ ਹੋਈਆਂ, ਹੈ ਨਾ। ਕਿ ਅਸੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹਨੋਕ ਵਾਂਗੂ ਚੱਲ ਰਹੇ ਹਾਂ। ਉਹਦੇ ਨਾਲ ਨਾਲ ਅਸੀਂ ਪਰਮੇਸ਼ਰ ਦੇ ਅਗਰ ਨਾਲ ਨਾਲ ਚੱਲਾਂਗੇ ਤਾਂ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਸਾਨੂੰ ਮਿਲ ਜਾਣਗੀਆਂ। ਤੇ ਪਰਮੇਸ਼ਰ ਦਾ ਇਹੀ ਵਚਨ ਕਹਿੰਦਾ, ਤੂੰ ਮੇਰੇ ਧਰਮ ਦੀ ਖੋਜ ਕਰ, ਮੇਰੀ ਖੋਜ ਕਰ, ਕਹਿਣਾ ਮਤਲਬ ਮੇਰੇ ਰਾਜ ਦੀ ਖੋਜ ਕਰ, ਮੇਰੇ ਰਾਜ ਨੂੰ ਵਧਾ, ਤੇ ਦੁਨੀਆ ਦੀਆਂ ਚੀਜ਼ਾਂ ਤੇਰੇ ਪਿੱਛੇ ਪੈ ਕੇ ਮਿਲ ਜਾਣਗੀਆਂ। ਹਾਲੇਲੂਇਆ। ਸਾਨੂੰ ਦੁਨੀਆ ਦੀ ਹਰੇਕ ਚੀਜ਼ ਪਰਮੇਸ਼ਰ ਤਾਕਤ ਦੇਣ ਦੀ ਸਾਮਰਥ ਰੱਖਦਾ ਹੈ। ਸਾਨੂੰ ਚੰਗਾ ਪੈਸਾ ਦੇਣ ਦੀ ਸਾਮਰਥ ਰੱਖਦਾ ਆ, ਚੰਗਾ ਬਿਜ਼ਨਸ ਦੇਣ ਦੀ ਸਾਮਰਥ ਰੱਖਦਾ ਆ, ਦੁਨੀਆ ਦੀ ਆਸ਼ੀਸ਼ ਦੇਣ ਦੀ ਸਾਮਰਥ ਰੱਖਦਾ ਆ। ਸਭ ਤੋਂ ਪਹਿਲਾਂ ਉਹ ਸਾਨੂੰ ਆਤਮਿਕ ਆਸ਼ੀਸ਼ ਦੇਗਾ। ਹਾਲੇਲੂਇਆ। ਜਦੋਂ ਸਾਡੇ ਕੋਲ ਆਤਮਿਕ ਆਸ਼ੀਸ਼ ਆਏਗੀ ਤਾਂ ਦੁਨੀਆ ਦੀ ਆਸ਼ੀਸ਼ ਵੀ ਆਣੀ ਸ਼ੁਰੂ ਹੋ ਜਾਏਗੀ। ਅਗਰ ਅਸੀਂ ਆਤਮਾ ਦੇ ਵਿੱਚ ਬਲੈਸ ਨਹੀਂ ਆ ਤਾਂ ਦੁਨੀਆ ਦੇ ਵਿੱਚ ਕਦੇ ਬਲੈਸ ਨਹੀਂ ਹੋ ਸਕਦੇ, ਹੈ ਨਾ। ਦੁਨੀਆ ਦਾ ਪੈਸਾ ਹੋ ਸਕਦਾ ਆ, ਉਹ ਤਾਂ ਸ਼ੈਤਾਨ ਵੀ ਸਾਨੂੰ ਦੇ ਸਕਦਾ ਹੈ। ਜਦੋਂ ਯਿਸੂ ਮਸੀਹ ਤੇ ਸ਼ੈਤਾਨ ਦੇ ਵਿੱਚ ਆਪਸ ਵਿੱਚ ਗੱਲਬਾਤ ਹੋਈ, ਸ਼ੈਤਾਨ ਨੇ ਕਿਹਾ, ਕਹਿੰਦਾ ਤੂੰ ਮੈਨੂੰ ਝੁਕ ਕੇ ਪ੍ਰਣਾਮ ਕਰ, ਦੁਨੀਆ ਦੀਆਂ ਸਾਰੀਆਂ ਚੀਜ਼ਾਂ, ਸਾਰੀਆਂ ਪਾਤਸ਼ਾਹੀਆਂ ਮੈਂ ਤੈਨੂੰ ਦੇ ਦੇਵਾਂਗਾ, ਹੈ ਨਾ। ਉਹਦੇ ਕੋਲ ਵੀ ਧਨ ਦੌਲਤ, ਉਹਦੇ ਕੋਲ ਵੀ ਸਾਰਾ ਕੁਝ ਹੈਗਾ ਆ। ਪਰ ਜਿਹੜਾ ਪਰਮੇਸ਼ਰ ਸਾਨੂੰ ਧਨ ਦੌਲਤ ਦਿੰਦਾ ਆ, ਉਹਦੇ ਨਾਲ ਕਦੇ ਵੀ ਦੁੱਖ ਨਹੀਂ ਆਉਂਦਾ, ਉਹਦੇ ਨਾਲ ਕਦੇ ਦੁੱਖ ਨਹੀਂ ਮਿਲਾਉਂਦਾ। ਜੋ ਪੈਸਾ ਪਰਮੇਸ਼ਰ ਵੱਲੋਂ ਆਏਗਾ ਕਦੇ ਦੁੱਖ ਲੈ ਕੇ ਨਹੀਂ ਆਏਗਾ, ਹੈ ਨਾ। ਤੇ ਉਹ ਪੈਸਾ ਅਸੀਂ ਫਿਰ ਖਾ ਪਾਵਾਂਗੇ, ਸਾਡੇ ਬੱਚੇ ਖਾ ਪਾਣਗੇ, ਸਾਡਾ ਪਰਿਵਾਰ ਖਾ ਪਾਏਗਾ, ਤੇ ਅਸੀਂ ਉਸ ਪੈਸੇ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਵੀ ਕਰ ਪਾਵਾਂਗੇ, ਹੈ ਨਾ। ਉਹ ਪੈਸਾ ਜਿਹੜਾ ਹੋਏਗਾ ਬੁਰੇ ਕੰਮਾਂ ਦੇ ਵਿੱਚ ਨਹੀਂ ਉਜੜੇਗਾ, ਉਹ ਡਾਕਟਰਾਂ ਦੇ ਕੋਲ, ਵਕੀਲਾਂ ਦੇ ਕੋਲ ਜਾਂ ਹੋਰ ਤਮਾਮ ਗਲਤ ਚੀਜ਼ਾਂ ਦੇ ਵਿੱਚ ਨਹੀਂ ਜਾਏਗਾ। ਉਹ ਸਹੀ ਜਗ੍ਹਾ ਤੇ ਸਟੀਕ ਥਾਂ ਤੇ ਲੱਗੇਗਾ, ਤੁਹਾਡੀ ਹਿਫਾਜ਼ਤ ਦੇ ਲਈ ਲੱਗੇਗਾ। ਉਹ ਜਿਹੜਾ ਪੈਸਾ ਆ ਵਿਅਰਥ ਨਹੀਂ ਜਾਏਗਾ। ਹਾਲੇਲੂਇਆ। ਜਿਹੜਾ ਪੈਸਾ ਪਰਮੇਸ਼ਰ ਤੁਹਾਨੂੰ ਦੇਗਾ, ਜਿਹੜੀ ਆਸ਼ੀਸ਼ ਪਰਮੇਸ਼ਰ ਸਾਨੂੰ ਦੇ ਦਿੰਦਾ, ਉਹ ਦੇ ਕੇ ਕਦੇ ਵਾਪਸ ਨਹੀਂ ਲੈਂਦਾ। ਪਰਮੇਸ਼ਰ ਜੋ ਵਰਦਾਨ, ਜੋ ਗਿਫਟ, ਜੋ ਪਰਮੇਸ਼ਰ ਚੀਜ਼ ਦੇ ਦਿੰਦਾ ਆ, ਉਹ ਕਦੇ ਵਾਪਸ ਨਹੀਂ ਲੈਂਦਾ ਹੈਗਾ, ਹੈ ਨਾ। ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਮਿਲਾਇਆ, ਤੇ ਆਦਮ ਸਭ ਤੋਂ ਪਹਿਲਾਂ ਬਣਿਆ, ਉਹਦੇ ਬਾਅਦ ਹਵਾ ਦਿੱਤੀ। ਜਦੋਂ ਹਵਾ ਨੇ ਗਲਤੀ ਕਰਤੀ, ਹਵਾ ਨੇ ਗਲਤੀ ਕੀਤੀ, ਪਰਮੇਸ਼ਰ ਨੇ ਉੱਤੇ ਹਵਾ ਨਹੀਂ ਖੋਈ ਕਿ ਚੱਲ ਮੈਂ ਤੈਨੂੰ ਹੋਰ ਚੇਂਜ ਕਰਕੇ ਦਿੰਦਾ, ਨਹੀਂ। ਪਰਮੇਸ਼ਰ, ਉਹ ਕੋਈ ਵੀ ਚੀਜ਼ ਆ ਜੋ ਪਰਮੇਸ਼ਰ ਨੇ ਇੱਕ ਵਾਰ ਦੇ ਦਿੱਤੀ, ਪਰ ਬਾਈਬਲ ਕਹਿੰਦੀ ਹੈ ਪਰਮੇਸ਼ਰ ਇਹੋ ਜਿਹਾ ਨਹੀਂ ਹੈਗਾ ਜੋ ਦੇ ਕੇ ਵਾਪਸ ਲੈ ਲਵੇ। ਪਰਮੇਸ਼ਰ ਦੇ ਕੇ ਕਦੇ ਵੀ ਵਾਪਸ ਨਹੀਂ ਲੈਂਦਾ ਹੈਗਾ। ਹਾਲੇਲੂਇਆ। ਅੱਜ ਅਸੀਂ ਪਰਮੇਸ਼ਰ ਦੇ ਕੋਲੋਂ ਲੈਣਾ ਆ ਕਿ ਅਸੀਂ ਆਪਣੀ ਇੱਛਾ ਦੇ ਅਨੁਸਾਰ ਲੱਭਣਾ ਹੈ। ਜਿਹੜਾ ਆਪਣੀ ਇੱਛਾ ਦੇ ਅਨੁਸਾਰ ਲੱਭਾਂਗੇ ਉਹ ਥੋੜ੍ਹੇ ਸਮੇਂ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਟਿਕ ਸਕਦਾ ਆ, ਸਾਨੂੰ ਥੋੜ੍ਹੇ ਸਮੇਂ ਦੇ ਲਈ ਖੁਸ਼ ਰੱਖ ਸਕਦਾ ਆ। ਪਰ ਪਰਮੇਸ਼ਰ ਜੋ ਸਾਨੂੰ ਦਿੰਦਾ ਆ ਉਹ ਬੈਸਟ ਦਿੰਦਾ ਆ, ਉਸ ਦਾ ਕੋਈ ਮੁਕਾਬਲਾ ਦੂਸਰਾ ਨਹੀਂ ਕਰ ਸਕਦਾ। ਹਾਲੇਲੂਇਆ।
ਤੇ ਪਰਮੇਸ਼ਰ ਤੁਹਾਨੂੰ ਇਸ ਵਚਨ ਤੇ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ।